बिस्मिल्लाहिर्रहमानिर्रहीम। अस्सलामुअलैकुम। फार्मिंग टिप्स में शाहिद अली अवान की जानिब से खुश आमदीद। मोअज़्ज़ज़ नाज़रीन, आज आपकी मुलाकात एक ऐसे किसान से करवाऊँगा जिसकी हर चीज़ उसने ख़रीद की रखी हुई है, यहाँ तक कि उसका फार्म भी रेंटेड है। इसके बावजूद ये बफलो फार्मिंग या कैटल फार्मिंग से अच्छा खासा मुनाफा हासिल कर रहा है। तो चलें इनसे मिलते हैं और इनसे करते हैं बात। अस्सलाम वालेकुम। वालेकुम भाईजान की हाल चाल है? अल्लाह भाईजान की ना अपना? मोहम्मद फरूक भाई, इलाका केड़ा है? सियालकोट बुटर। माशाल्लाह, बुटर सियालकोट दे करीबी पिंड है, यानी सियालकोट ही समझ लो, सिटी एरिया ही है। हाँ जी। अच्छा भाई, तुसी ये दसो कि माशाल्लाह जानवरां दा काम, जानवर रखण दा काम किन्ने अरसे तो कर रहे हो? जी तकरीबन उम्र मेरी 42 साल है, तो जूं जम्मिया मादरी पेशा है। मादरी पेशा हुई? हाँ जी। तुसी ये जानवरां नूं तुसी अपनी जाती जमीन च संभाल हो या ठेके दी जमीन है या मुੱਲ ਦੇ पट्ठे पांदे हो? ਅਸੀਂ ਠੇਕੇ ਦੀ ਜ਼ਮੀਨ ਹੈ ਥੋੜੀ ਬਹੁਤ, ਤੇ ਬਾਕੀ ਮੁੱਲ ਦੇ ਪੱਠੇ ਪਾਉਂਦੇ। ਮੁੱਲ ਦੇ ਪੱਠੇ ਪਾਈਦੇ ਨੇ? ਹਾਂਜੀ। ਤੁਹਾਡਾ ਡੇਰਾ ਆਪਣਾ ਹੈ ਜਾਂ ਵੀ ਰੈਂਟ ਤੇ ਵੇ? ਇਹ ਵੀ ਰੈਂਟ ਤੇ। ਤੇ ਕਿੰਨੇ ਕੁ ਜਾਨਵਰ ਇਸ ਟਾਈਮ ਰੱਖੇ ਜੀ? ਜਾਨਵਰ 7-8 ਹੈ। 7-8 ਜਾਨਵਰ। ਮਾਸ਼ਾਅੱਲਾ, ਤੁਹਾਡਾ ਸਿਸਟਮ कैसा ਚੱਲ ਰਿਹਾ ਹੈ? ਓਵਰਆਲ ਤੁਸੀਂ ਇਸ ਕਾਰੋਬਾਰ ਨੂੰ कैसा ਕਾਰੋਬਾਰ ਕਹੋਗੇ? ਓਵਰਆਲ ਬਗਾਨੀਆਂ ਮਜ਼ਦੂਰੀਆਂ ਨਾਲੋਂ ਬਹੁਤ ਅੱਛਾ ਹੈ। अच्छा, अगर फैक्ट्री में जाओ तो की 15,000 मिलेगा। ठीक है। तो 15,000 ਨਾਲ ਤੇ ਚੁੱਲਾ ਨਹੀਂ ਚੱਲਦਾ। ठीक है। ਇੱਥੇ ਚਲੋ ਲੱਖ ਰੁਪਏ ਐਵਰੇਜ ਬਣਦੀ ਹੈ, 1.25 ਲੱਖ ਵੀ ਬਣ ਜਾਂਦੀ ਮਹੀਨੇ ਬਾਅਦ। ਹਾਂਜੀ ਮਾਸ਼ਾਅੱਲਾ। ਅਗਰ 50,000 ਡੰਗਰ ਖਾਈਆਂ ਤੇ 50-60-70,000 ਰੁਪਇਆ ਬਚ ਜਾਂਦਾ ਹੈ। ਬਚ ਜਾਂਦਾ। ਘਰ ਦਾ ਨਿਜ਼ਾਮ ਬਿਹਤਰੀਨ ਚੱਲਦਾ ਹੈ। ਜ਼ਿੰਦਾਬਾਦ। ਤੁਸੀਂ ਇਹ 6-7 ਜਾਨਵਰ ਕਿੰਨੇ ਬੰਦੇ ਮਿਲ ਕੇ ਸੰਭਾਲਦੇ ਹੋ? ਮੈਂ ਇਕੱਲਾ ਹੀ ਸਾਂਭਦਾ। ਇਕੱਲਾ ਹੀ? ਹਾਂਜੀ। ਅੱਛਾ ਭਾਈ, ਤੁਸੀਂ ਇਹ ਦੱਸੋ ਕਿ ਇੱਕ ਮੱਝ ਜਿਹੜੀ ਦੁੱਧ ਦੇਣ ਵਾਲੀ ਹੈ ਉਹਦਾ ਰੋਜ਼ਾਨਾ ਦਾ ਖਰਚਾ ਕਿੰਨਾ ਹੋ ਜਾਂਦਾ ਹੈ? ਖਰਚਾ ਤਕਰੀਬਨ ਚੰਗੀ ਮੱਝ ਦਾ ਚੰਗਾ ਖਰਚਾ 1,000 ਰੁਪਇਆ ਜਾਂਦਾ। ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਸ਼ਾਮਲ ਨੇ? ਉਹਦੇ ਵਿੱਚ ਉਹਦੇ ਪੱਠੇ ਵੀ ਨੇ, ਵੰਡਾ ਵੀ ਹੈ, ਤੂੜੀ ਵੀ। ਪੱਠੇ ਕਿੰਨੇ ਦੇ? ਪੱਠੇ ਤਕਰੀਬਨ ਲਾ ਲਓ ਮਨ ਕੋਈ 350 ਰੁਪਏ ਦੇ। 350 ਦੇ ਟੋਕੇ ਤੋਂ? ਹਾਂਜੀ। ਕੁੱਤਰੇ ਪੱਠੇ 350। ਠੀਕ ਹੈ। ਤੇ ਹੋਰ ਤੂੜੀ? ਤੂੜੀ ਆਪਣਾ 10 ਕਿਲੋ ਲਾ ਲਓ 150 ਰੁਪਏ। 150 ਦੀ 10 ਕਿਲੋ ਤੂੜੀ ਤੇ 500 ਰੁਪਇਆ ਹੋ ਗਿਆ। 500 ਰੁਪਏ ਦਾ ਵੰਡਾ ਵੀ ਲਾ ਲਓ। 500 ਦਾ ਵੰਡਾ? ਹਾਂਜੀ। 1000 ਰੁਪਇਆ ਹੋ ਗਿਆ। ਹਾਂਜੀ। 1000 ਖਾ ਕੇ ਮੱਝ ਦੇਣ ਦੀ ਕੀ ਹੈ? ਦੇਸ਼ਾਂ ਦੀ ਤਕਰੀਬਨ 1500 ਰੁਪਏ। 1500 ਰੁਪਇਆ? ਹਾਂਜੀ। ਕਿੰਨਾ ਦੁੱਧ ਹੁੰਦਾ ਉਹਦਾ? 12 ਤੋਂ 13 ਕਿਲੋ ਦੇ ਹਰ। 12-13 ਕਿਲੋ? ਹਾਂਜੀ। ਰੇਟ ਇੱਥੇ ਕੀ ਚੱਲਦਾ ਹੈ? ਰੇਟ 130 ਰੁਪਏ ਕਿਲੋ। 130 ਰੁਪਏ? ਮਾਸ਼ਾਅੱਲਾ, ਰੇਟ ਵੀ ਅੱਛਾ ਹੈ। ਯਾਨੀ 130 ਰੁਪਏ ਦੇ ਹਿਸਾਬ ਨਾਲ 12 ਕਿਲੋ ਨੂੰ ਜ਼ਰਬ ਦੇ 1560 ਰੁਪਏ ਬਣਦੇ ਨੇ, ਯਾਨੀ ਫੀ ਮੱਝ 560 ਰੁਪਏ ਰੋਜ਼ਾਨਾ ਬਚਾ ਜਾਂਦੀ ਹੈ। ਹਾਂ ਤਕਰੀਬਨ। ਤੇ ਇਸ ਤੋਂ ਬਾਅਦ ਇਹ ਸਾਲਾਨਾ ਕੱਟੇ ਵੀ ਤੇ ਬਚਾਉਂਦੀ ਹੋਏਗੀ? ਸਾਲਾਨਾ ਬਿਲਕੁਲ ਸਾਰੇ ਬੱਚੇ ਕੱਟੇ ਵੀ ਬਚਦੇ ਨੇ। ਯਾਨੀ ਅਗਰ 7 ਮੱਝਾਂ ਹੋਣ ਤੇ ਰੋਜ਼ਾਨਾ ਇੱਕ ਮੱਝ 560 ਬਚਾਉਂਦੀ ਖਰਚ ਕੱਢ ਕੇ। ਹਾਂਜੀ। ਤੇ ਨਾਲ ਕੋਈ 40-50 ਹਜ਼ਾਰ ਦਾ ਕੱਟਾ ਵੀ ਬਚਾ ਜਾਂਦੀ। ਹਾਂਜੀ। ਅੱਛਾ, ਤੁਸੀਂ ਕਿਆ ਸਿਰਫ ਮੱਝਾਂ ਦਾ ਹੀ ਕੰਮ ਰੱਖਿਆ ਜਾਂ ਤੁਸੀਂ ਕੱਟੇ ਵੱਛੇ ਵੀ ਈਦ ਤੇ ਲਿਆ ਕੇ ਸੇਲ ਕਰਦੇ ਹੋ? ਈਦ ਤੇ ਵੱਛੇ ਲਿਆ ਕੇ ਸੇਲ ਕਰਦੇ। ਈਦ ਤੇ ਵੱਛੇ ਸੇਲ ਕਰੀਦੇ? ਹਾਂਜੀ। ਕਿੱਡੀ ਉਮਰ ਦੇ ਲੈ ਕੇ ਆਉਂਦੇ ਹੋ? ਅਸੀਂ ਤਕਰੀਬਨ ਦੋਂਦੇ ਕੁਰਬਾਨੀ ਵਾਲੇ ਲੈਣੇ। ਕੁਰਬਾਨੀ ਵਾਲੇ? ਹਾਂਜੀ, 2.5 ਸਾਲ ਦੇ ਉੱਤੇ। ਅੱਛਾ, ਕਿਹੜੇ ਇਲਾਕੇ ਚੋਂ ਲਿਆਂਦੇ ਹੋ? ਅਸੀਂ ਲਿਆਂਦੇ ਜੇ ਹਾਸਲਪੁਰ ਤੋਂ। ਹਾਸਲਪੁਰ ਤੋਂ? ਹਾਂਜੀ। ਤੇ ਕਿੰਨੇ ਮਹੀਨੇ ਸੰਭਾਲਦੇ ਹੋ? 2.5 ਤੋਂ 3 ਮਹੀਨੇ। 2.5 ਤੋਂ 3 ਮਹੀਨੇ? ਹਾਂਜੀ। ਤੇ ਕੀ ਜਾਨਵਰ ਤੋਂ ਇੱਕ ਤੁਹਾਨੂੰ ਉਸ ਦਿਨ ਬਚਤ ਦੇ ਜਾਂਦਾ? ਉਹ ਜਾਨਵਰ ਜ਼ਿਆਦਾ ਚੰਗੇ ਪੈਸੇ ਛੱਡ ਜਾਂਦਾ ਹੈ। ਅੱਛਾ। ਅਗਰ 50,000 ਰੁਪਏ ਦਾ ਲਈਏ ਤੇ 10,000 ਖਾ ਕੇ 40 ਹੋਰ ਦਿੰਦਾ। 50 ਨਾਲ 50 ਵੀ ਦੇ ਸਕਦਾ। ਯਾਨੀ 50 ਦਾ ਲਈਏ 10,000 ਖਾਂਦਾ, 2-2.5 ਮਹੀਨੇ ਚ 60 ਹੋ ਗਏ ਤੇ 90,000 ਦਾ ਸੇਲ ਹੋ ਜਾਂਦਾ। 90,000 ਲੱਖ ਜਾਂ 90,000 ਲੱਖ, ਯਾਨੀ 40-50 ਦੇ ਵਿੱਚੋਂ ਨਿਕਲ ਜਾਂਦੇ ਨੇ, ਕੋਈ ਲੱਖ ਤੋਂ ਥੱਲੇ ਵੀ ਜਾਂਦੇ ਨੇ। ਉਸ ਤਰ੍ਹਾਂ ਲੱਖ ਹੀ ਲਾ ਲਓ ਤੁਸੀਂ। ਤੇ ਤੁਸੀਂ ਇਸ ਨੂੰ ਬਿਹਤਰ ਨਹੀਂ ਕਿ ਤੁਸੀਂ ਇੱਥੇ ਰੱਖ ਕੇ ਕੱਟੇ ਵੱਛੇ ਪਾ ਲਓ? ਨਹੀਂ, ਇੱਥੇ ਨਹੀਂ ਬਚਾਉਂਦੇ ਪੈਸੇ। ਉਹਦੀ ਕੀ ਵਜ੍ਹਾ? ਇੱਥੇ ਸ਼ਹਿਰਦਾਰੀ ਹਰ ਚੀਜ਼ ਮਹਿੰਗੀ ਹੈ। ਅੱਛਾ। ਇੱਥੇ ਵੇਖੋ ਨਾ 800 ਰੁਪਏ 700-800 ਰੁਪਏ ਮਨ ਤੂੜੀ ਹੈ। ਹਾਂ ਹਾਂ। ਤੇ ਹਾਸਲਪੁਰ ਮੈਨੂੰ ਪਤਾ 200 ਰੁਪਏ ਮਨ ਹੋਣੀ। ਅੱਛਾ, ਯਾਨੀ ਉੱਥੋਂ ਲਿਆ ਕੇ ਇੱਥੇ ਤਿਆਰ ਕਰਕੇ ਵੇਚਣ ਲਿਆ ਕੇ 2 ਮਹੀਨੇ ਹਾਂਜੀ ਸੇਵਾ ਕਰ ਲਈ। ਅੱਛਾ, ਮੱਝਾਂ ਨੂੰ ਕੋਈ ਮਸਾਇਲ ਵੀ ਪੇਸ਼ ਆਉਂਦੇ ਨੇ ਜਦੋਂ ਮਸਲਨ ਬਿਮਾਰ ਹੋ ਜਾਣ, ਇਸ ਤਰ੍ਹਾਂ ਦਾ ਕੋਈ ਮਸਲਾ ਪੇਸ਼ ਆਉਂਦਾ ਹੈ? ਥੋੜਾ ਬਹੁਤ ਹੁੰਦਾ ਹੀ ਜਾਨਵਰ ਨਾਲ, ਬੰਦੇ ਨਾਲ, ਇਨਸਾਨ ਨਾਲ। ਕਿਸ ਕਿਸਮ ਦੇ ਮਸਲੇ ਪੇਸ਼ ਆਉਂਦੇ ਨੇ? ਮਸਲਾ ਅਗਰ ਮੌਸਮੀ ਬਿਮਾਰੀ ਕੋਈ ਲੱਗ ਜਾਂਦੀ, ਕੋਈ ਤਕਰੀਬਨ ਠੋਰ ਹੁੰਦੀ ਹੈ, ਉਹ ਨੁਕਸਾਨ ਕਰ ਜਾਂਦੀ ਹੈ। ਅੱਛਾ। ਜਾਂ ਮੁੱਖਰ ਠੋਰ ਇੱਕ ਹੀ ਚੀਜ਼ ਹੈ। ਅੱਛਾ। ਇਹ ਹੀ ਜ਼ਿਆਦਾ ਬੇਸਿਕਲੀ। ਬਾਕੀ ਉਹਦਾ ਫਿਰ ਹੱਲ ਕੀ ਕਰਦੇ ਹੋ? ਵੈਕਸੀਨ? ਹਾਂਜੀ। ਯਾਨੀ ਟੀਕੇ ਲਵਾਉਂਦੇ ਡਾਕਟਰਾਂ ਕੋਲ? ਟੀਕੇ ਲਵਾਉਂਦੇ। ਅੱਛਾ, ਕੋਈ ਤੁਸੀਂ ਆਪਣੀ ਮੱਝਾਂ ਨੂੰ ਕੋਈ ਦੇਸੀ ਟੋਟਕੇ ਵੀ ਤੁਹਾਨੂੰ ਯਾਦ ਨਹੀਂ, ਕਿਉਂਕਿ ਤੁਹਾਡਾ ਬਾਵਜੂਦ ਦਾ ਕੰਮ ਹੈ ਤੇ ਹੋ ਸਕਦਾ ਤੁਹਾਡੇ ਤਜਰਬੇ 'ਚ ਐਸੀ ਕੋਈ ਗੱਲਾਂ ਹੋਣ ਵੀ ਦੇਸੀ ਤਰੀਕੇ ਅਪਣਾਈਏ ਤੇ ਫਿਰ ਵੀ ਜਾਨਵਰ ਠੀਕ ਹੋ ਜਾਂਦਾ? ਦੇਸੀ ਤਰੀਕੇ ਇਹੋ ਜਿਹੇ ਕਿ ਜਾਨਵਰ ਨੂੰ ਗੁੜ, ਲੂਣ ਤੇ ਤੇਲ। ਅੱਛਾ। ਇਹ ਉਹਦਾ ਪੂਰਾ ਤੇ ਜਾਨਵਰ ਬਿਮਾਰ ਹੁੰਦਾ ਹੀ ਨਹੀਂ। ਅੱਛਾ। ਹਾਂਜੀ। ਕਿੰਨੀ ਦੇਰ ਬਾਅਦ ਦਿੰਦੇ ਰਹਿਣਾ ਚਾਹੀਦਾ? 8 ਦਿਨ ਬਾਅਦ ਨਮਕ ਮਿਰਚ ਦੇਣੀ ਚਾਹੀਦੀ। ਠੀਕ ਹੈ। ਤੇਲ ਵੀ ਦੇਣਾ ਚਾਹੀਦਾ, ਗੁੜ ਵੀ ਦੇਣਾ ਚਾਹੀਦਾ। ਜਾਨਵਰ ਬਿਮਾਰ ਨਹੀਂ ਹੋਏਗਾ? ਨਹੀਂ ਇਨਸ਼ਾਅੱਲਾ। ਤੇਲ ਕਿੰਨਾ ਕੁ ਦੇਣਾ ਚਾਹੀਦਾ ਤੇ ਗੁੜ ਕਿੰਨਾ ਕੁ? 1 ਪਾ ਤੇਲ ਤੇ 1 ਪਾ ਗੁੜ। ਠੀਕ ਹੈ।
ਤੇਲ ਉਹਨੂੰ ਪਿਲਾਉਣਾ ਪੈਂਦਾ ਜਾਂ ਅੱਗੇ ਰੱਖੀ ਤੇ ਪੀ ਜਾਂਦੀ? ਨਹੀਂ, ਪਿਲਾਉਣਾ ਪੈਂਦਾ ਜਾਂ ਵੰਡੇ 'ਚ ਮਿਕਸ ਕਰਦੇ। ਵੰਡੇ 'ਚ ਮਿਕਸ ਕਰਕੇ। ਵੰਡੇ 'ਚ ਤੁਸੀਂ ਆਪਣੇ ਜਾਨਵਰ ਨੂੰ ਕੀ ਖਿਲਾਉਂਦੇ ਹੋ, ਕਿਹੜੀ ਕਿਹੜੀ ਚੀਜ਼ ਪਾਉਂਦੇ ਹੋ? ਵੰਡੇ 'ਚ ਅਸੀਂ ਤੇ ਤੇਲ ਹੀ ਪਾਉਂਦੇ, 8 ਦਿਨ ਬਾਅਦ ਪਾ ਦਿੰਦੇ ਹਾਂ। ਨਹੀਂ, ਉਹ ਤੇ ਤੇਲ ਹੋ ਗਿਆ ਨਾ। ਹਾਂਜੀ। ਮੇਰੇ ਕਰਾ ਤੂੜੀ ਮਤਲਬ ਕਿਹੜੀ ਚੀਜ਼ ਪਾਉਂਦੇ ਹੋ? ਖਲ, ਕਰਾ, ਚੋਕਰ, ਇੱਕ ਕੌੜੀ ਖਲ ਮਿਲਦੀ ਸਰਸੋਂ ਦੀ, ਉਹ ਵੀ। ਅੱਛਾ। 4 ਵੰਡੇ ਮਿਕਸ ਪਾਉਂਦੇ। 4 ਵੰਡੇ ਮਿਕਸ ਕਰਕੇ? ਹਾਂਜੀ। ਠੀਕ ਹੈ। ਇਹ ਤੁਹਾਡੀ ਝੋਟੀ ਤੁਹਾਡੇ ਕੋਲ ਖਲੋਤੀ ਕਿ ਮੱਝ ਹੈ? ਝੋਟੀ। ਅੱਛਾ, ਬਾਜ਼ ਦਫਾ ਝੋਟੀਆਂ ਛੇਤੀ ਬਣਦੀਆਂ ਨਹੀਂ, ਟਾਈਮ ਜ਼ਾਇਆ ਕਰੀ ਜਾਂਦੀਆਂ ਨੇ ਮਾਲਕ ਦਾ, ਹੀਟ 'ਚ ਨਹੀਂ ਆਉਂਦੀਆਂ, ਉਹਦਾ ਕੀ ਹੱਲ? ਉਹਨਾਂ ਨੂੰ ਕੀ ਦੇਣਾ ਚਾਹੀਦਾ ਕਿ ਜਾਨਵਰ ਛੇਤੀ ਸੂਣ ਵਾਲਾ ਬਣ ਜਾਏ? ਉਹ ਵੇਖੋ ਜੀ, ਅਗਰ ਉਹਦੀ ਉਮਰ ਤੇ ਪਹਿਲੇ ਨੰਬਰ ਤੇ ਪੂਰੀ ਹੋਣੀ ਚਾਹੀਦੀ ਕਿ 2 ਸਾਲ ਦੀ। ਕਈ ਖਿਦਮਤ ਕਰਦੇ ਨੇ, ਉਹ ਛੇਤੀ 2 ਸਾਲ ਤੋਂ ਵੀ ਪਹਿਲਾਂ ਬਣ ਜਾਂਦੀਆਂ ਨੇ। ਅੱਛਾ। 2.5 ਸਾਲ ਦੀਆਂ ਗਾਈਆਂ ਸੂ ਪੈਂਦੀਆਂ ਨੇ। ਅੱਛਾ। ਦੁੱਧ ਸ਼ੁੱਧ ਪਿਆਈ ਇਹਦੇ। ਅੱਛਾ। ਉਸ ਤੋਂ ਬਾਅਦ ਜਿਹੜੀਆਂ ਮੱਝਾਂ ਨੇ, ਮੱਝਾਂ ਤਕਰੀਬਨ 4 ਸਾਲ ਦੀਆਂ ਸੂੰਦੀਆਂ ਨੇ। 4 ਸਾਲ ਦੀਆਂ ਸੁਣਦੀਆਂ ਨੇ, 4 ਸਾਲ ਯਾਨੀ 3 ਸਾਲ ਦੀਆਂ ਬਣਦੀਆਂ ਨੇ। ਹਾਂਜੀ। ਕਿਹੜੀ ਚੀਜ਼ ਦਈਏ ਤੇ ਮੱਝ ਜਾਂ ਗਾਂ ਛੇਤੀ ਤਿਆਰ ਹੋ ਜਾਂਦੀ ਔਰ ਹੀਟ 'ਚ ਛੇਤੀ ਆ ਜਾਂਦੀ? ਹੀਟ 'ਚ ਤੇ ਰਾਤ ਨੂੰ ਇੱਕ ਝੋਲ ਬਣਾ ਕੇ ਦਈਏ ਨਾ, 2 ਕਿਲੋ ਦੁੱਧ ਵਿੱਚ ਅੱਧਾ ਕਿਲੋ ਦੇਸੀ ਘਿਓ ਪਾ ਲਓ। ਵਿੱਚ ਕੋਈ ਅੱਧਾ ਕਿਲੋ ਚੀਨੀ ਪਾਓ। ਅੱਛਾ। ਤੇ ਸਵੇਰ ਤੱਕ ਇਨਸ਼ਾਅੱਲਾ ਬੋਲ ਜਾਂਦੀ ਹੈ, ਤਾਂ ਕੋਈ ਮਸਲਾ। ਬੜਾ ਜ਼ਬਰਦਸਤ ਨੁਸਖਾ ਦੱਸਿਆ ਤੁਸੀਂ। ਕਿੰਨੇ ਕੁ ਦਿਨ ਇਹ ਝੋਲ ਦੇਣਾ ਚਾਹੀਦਾ? 1 ਦਿਨ ਦਿਓਗੇ ਤੇ ਦੂਸਰੇ ਦਿਨ ਬੋਲੀ ਜਾਏਗੀ। ਅੱਛਾ। ਹਾਂਜੀ, ਇਨਸ਼ਾਅੱਲਾ। ਕੀ ਤਰੀਕਾ ਕਾਰ ਇਹਦਾ ਤਿਆਰ ਕਰਨ ਦਾ? ਤਿਆਰ ਕਰਨ ਦਾ ਦੁੱਧ ਵਿੱਚ ਘਿਓ ਸੁੱਟੋ ਤੇ ਉਬਾਲਾ ਕਰਾਓ। ਠੰਡਾ ਕਰਕੇ ਚੀਨੀ ਪਾ ਕੇ ਦੇ ਦਿਓ ਜਾਂ ਗੁੜ ਪਾ ਲਓ। ਠੀਕ ਹੈ। ਯਾਨੀ 1 ਦਿਨ 'ਚ ਨਾ ਬੋਲੇ ਫਿਰ ਦੂਸਰੇ ਦਿਨ ਵੀ ਪਿਲਾ ਲਓ? ਦੂਸਰਾ ਦਿਨ ਛੱਡ ਕੇ ਤੀਸਰੇ ਦਿਨ ਦਿਓ, ਜ਼ਰੂਰ ਬੋਲੇਗੀ। ਜ਼ਰੂਰ ਬੋਲੇਗੀ। ਬੜਾ ਅੱਛਾ ਨੁਸਖਾ ਦੱਸਿਆ। ਅਗਰ ਹੁਦਾਨ ਹਾਸਤਾ ਕੋਈ ਮੱਝ ਪਿੱਛਾ ਕੱਢਦੀ ਹੋਏ ਤਾਂ ਉਹਦਾ ਕੋਈ ਹੈ ਦੇਸੀ ਟੋਟਕਾ? ਪਿੱਛਾ ਕੱਢਦੀਆਂ ਨੇ, ਸੂਣ ਵਾਲੇ ਡੰਗਰ ਨੂੰ ਵੰਡਾ ਪਾਇਆ ਜਾਏ। ਅੱਛਾ। ਜਾਂ ਇੱਕ ਕੋਈ ਵੀ ਪੱਠਾ ਜਿਹੜਾ ਫਲ ਤੇ ਆਇਆ ਹੈ, ਉਹ ਪਾਇਆ ਜਾਏ, ਉਹਦਾ ਪਿੱਛਾ ਕਰ ਦਿੰਦੇ। ਅੱਛਾ। ਉਹਦੇ ਇਲਾਜ ਕੋਈ ਨਹੀਂ, ਉਹਦੀ ਤਿਆਰ ਹੈ ਕਿ ਇੱਕ ਤੇ ਉਹ ਵੰਡਾ ਨਾ ਪਾਇਆ ਜਾਏ। ਯਾਨੀ ਸੂਣ ਤੋਂ ਪਹਿਲੇ ਕਿੰਨੇ ਮਹੀਨੇ ਪਹਿਲੇ ਵੰਡਾ ਨਾ ਪਾਇਆ ਜਾਏ? 1 ਮਹੀਨਾ ਜਿਹੜਾ ਆਖਰੀ ਹੈ, ਉਦੋਂ ਵੰਡਾ ਨਹੀਂ ਪਾਉਣਾ ਚਾਹੀਦਾ। ਠੀਕ ਹੈ। ਉਸ ਤੋਂ ਬਾਅਦ ਆਪਣਾ ਅਗਰ ਪਿੱਛਾ ਦੇਈਏ ਕੋਈ ਡੰਗਰ, ਉਹਦੀ ਤਿਆਰੀ 10-15 ਦਿਨ ਉਹਨੂੰ ਪਿੱਛਾ ਨਾ ਕੱਢਣ ਦਿਓ ਤੇ ਉਹਦੀਆਂ ਇਹ ਵੰਡਾ ਛੰਡਾ ਨਾ ਪਾਓ। ਤੁਸੀਂ ਹਥਿਆਤਾਂ ਦੱਸੀਆਂ ਜਾਂਦੇ ਨੇ, ਇੱਕ ਹਥਿਆਤ 100 ਇਲਾਜ ਨਾਲੋਂ ਬਿਹਤਰ ਹੈ। ਹਾਂਜੀ। ਯਾਨੀ ਪੱਠਾ ਉਹ ਵਾਲਾ ਨਹੀਂ ਪਾਣਾ ਜਦੋਂ ਫੁੱਲ ਤੇ ਆਇਆ ਹੋਇਆ, ਯਾਨੀ ਜਿਸ ਤਰ੍ਹਾਂ ਸਟਾਲਾ ਹੈ ਉਹ ਫੁੱਲ ਤੇ ਆਇਆ ਹੋਇਆ ਤਾਂ ਉਹ ਨਹੀਂ ਪਾਣਾ ਚਾਹੀਦਾ। ਉਹਦੇ ਨਾਲ ਫਿਰ ਅਸਰ ਨਹੀਂ ਹੁੰਦਾ ਕਿਸੇ ਦਾ, ਜਾਨਵਰ ਖਰਾਬ ਹੋ ਸਕਦਾ। ਹਾਂਜੀ। ਠੀਕ ਹੈ। ਇਹ ਤੇ ਪਿੱਛੇ ਦਾ ਤੁਸੀਂ ਹਥਿਆਤ ਦੱਸੀ ਕਿ ਨਿਕਲੇ ਨਾ, ਅਗਰ ਨਿਕਲ ਆਏ ਤੇ ਫਿਰ ਤੁਹਾਨੂੰ 15 ਦਿਨ ਹਥਿਆਤ ਕਰਨੀ ਪਏਗੀ। ਅੱਛਾ ਸਰ, ਇਹ ਦੱਸੋ ਕਿ ਅਗਰ ਕੋਈ ਜਾਨਵਰ ਚੰਗਾ ਦੁੱਧ ਦੇਣ ਵਾਲਾ ਲੇਕਿਨ ਉਹ ਆਪਣੀ ਅਸਲ ਮਿਕਦਾਰ ਦੇ ਮੁਤਾਬਕ ਦੁੱਧ ਨਹੀਂ ਦੇ ਰਿਹਾ, ਯਾਨੀ ਹੈ ਦੁੱਧ ਦੇਣ ਵਾਲਾ ਨਸਲੀ ਹੈ ਲੇਕਿਨ ਉਹਨੂੰ ਕੋਈ ਮਸਲਾ ਹੈ ਤਾਂ ਦੁੱਧ ਨਹੀਂ ਦੇ ਰਿਹਾ, ਕੀ ਚੀਜ਼ ਪਾਈ ਜਾਏ ਕਿ ਉਹ ਖੋਲ ਜਾਏਗਾ ਜਾਂ ਦੁੱਧੋਂ ਵੱਧ ਜਾਏਗਾ? ਉਹਨੂੰ ਉਹ ਤਬੀਅਤ ਵੇਖ ਕੇ ਹੁੰਦਾ ਗਰਮ ਹੈ ਜਾਂ ਠੰਡਾ ਹੈ। ਅੱਛਾ। ਅਗਰ ਗਰਮ ਹੈ ਤੇ ਉਹਨੂੰ ਠੰਡਾ ਕਰਨਾ ਪਏਗਾ, ਯਾਨੀ ਕਿ ਕੱਚੀ ਲੱਸੀ ਵਗੈਰਾ ਦੇਣੀ ਪਏਗੀ। ਅਗਰ ਠੰਡਾ ਤੇ ਫਿਰ ਉਹਨੂੰ ਵੀ ਝੋਲ ਦੇਣਾ ਪਏਗਾ ਜਾਂ ਦਹੀਂ ਵਿੱਚ ਚੀਨੀ ਦੇਣੀ ਪਏਗੀ। ਦਹੀਂ 'ਚ ਚੀਨੀ? ਹਾਂ। ਦਹੀਂ 'ਚ ਚੀਨੀ ਅੱਗੇ ਮੈਨੂੰ ਇੱਕ ਬਜ਼ੁਰਗਾਂ ਬੜਾ ਨੁਸਖਾ ਦੱਸਿਆ ਕਿ ਦਹੀਂ 'ਚ ਪਾ ਕੇ ਚੀਨੀ ਦਈਏ ਤੇ ਦਹੀਂ ਵੀ ਹੋਏ ਗੋਕੇ ਮਾਲ ਦਾ, ਇਹਦੇ ਬਾਰੇ 'ਚ ਕੋਈ ਹੈ? ਮੱਝ ਨੂੰ ਗਾਈ ਦਾ ਤੇ ਗਾਈ ਨੂੰ ਮੱਝ ਦਾ ਆਂਦੇ ਨੇ ਬਿਹਤਰ ਹੈ। ਮੱਝ ਨੂੰ ਗਾਈ ਦਾ ਤੇ ਗਾਈ ਨੂੰ ਮੱਝ ਦਾ? ਹਾਂਜੀ, ਬਿਹਤਰ ਹੈ। ਅਗਰ ਨਾ ਹੋਏ ਤੇ ਫਿਰ ਮੱਝ ਦਾ ਮੱਝ ਨੂੰ ਵੀ ਠੀਕ ਹੈ। ਦਹੀਂ ਵਿੱਚ ਸ਼ੱਕਰ ਪਾਣੀ ਚਾਹੀਦੀ ਜਾਂ ਚੀਨੀ? ਜਿਹੜੀ ਦੁੱਧ ਘੱਟ ਦਿੰਦੀ ਉਹਦੇ ਵਾਸਤੇ ਚੀਨੀ। ਅੱਛਾ। 10 ਦਿਨ ਲਗਾਤਾਰ ਅੱਧਾ ਕਿਲੋ ਚੀਨੀ ਦਿਓ। ਅੱਧਾ ਕਿਲੋ ਚੀਨੀ ਦਹੀਂ 'ਚ ਪਾ ਕੇ ਫੈਂਟ ਕੇ? ਹਾਂਜੀ। ਤੇ ਦੁੱਧੋਂ ਵੱਧ ਜਾਏਗੀ? ਦੁੱਧੋਂ ਵੱਧ ਜਾਏਗੀ। ਕਿਆ ਬਾਤ ਹੈ, ਜ਼ਬਰਦਸਤ। ਅੱਛਾ ਸਰ, ਇਹ ਦੱਸੋ ਕਿ ਤੁਹਾਡੇ ਜਾਨਵਰ ਕਿਹੜੀ ਨਸਲ ਦੇ ਨੇ? ਸਾਡੇ ਜਾਨਵਰ ਵਿਲਾਇਤੀ ਗਾਈਆਂ ਵੀ ਹਨ, ਚੁਲਸਤਾਨੀ ਵੀ ਹੈ ਸਾਡੇ ਕੋਲ। ਅੱਛਾ। ਤੇ ਮੱਝਾਂ ਅਸੀਂ ਨੀਲੀ ਰਾਵੀ ਦੀਆਂ ਪਸੰਦ ਕਰਨੇ ਆ। ਸਲੂਡਨ ਜਾਂ ਸਤਲੁਜ ਦਰਿਆ ਹੈ ਨਾ ਹੈਡਸਵਾਂ, ਉਸ ਏਰੀਏ ਦੀ ਜੋ ਸਿਆਲਕੋਟ ਚ ਆ ਕੇ ਮੱਝ ਬੜਾ ਦੁੱਧ ਕਰਦੀ। ਠੀਕ ਹੈ। ਉਸ ਇਲਾਕੇ ਦੀ ਮੱਝ ਸਿਆਲਕੋਟ ਆ ਕੇ ਦੁੱਧ ਕਰਦੀ ਹੈ ਤੇ ਉਹਦੀ ਪਹਿਚਾਣ ਕੀ ਹੁੰਦੀ ਹੈ ਕਿ ਪਤਾ ਚੱਲ ਜਾਏ ਕਿ ਉਸ ਇਲਾਕੇ ਦੀ ਹੈ? ਅੱਛੀ ਮੱਝ ਦੀ ਪਛਾਣ ਦੁੱਧ ਦੀ ਹੈ। ਨਹੀਂ ਮਤਲਬ ਉਹਦੇ ਸਿੰਗ ਕਿਸ ਤਰ੍ਹਾਂ ਹੁੰਦੇ ਹੋਣ, ਉਹਦੀ ਚਮੜੀ ਕਿਸ ਤਰ੍ਹਾਂ ਦੀ ਹੋਏ, ਉਹਦਾ ਥਾਣ ਮਾਨਾ ਕਿਸ ਤਰ੍ਹਾਂ ਦਾ ਹੋਏ, ਚੱਡਾ ਕਿਸ ਤਰ੍ਹਾਂ ਦਾ ਹੋਏ, ਕਰੋਲੀ ਕਿਸ ਤਰ੍ਹਾਂ ਦੀ ਹੋਏ? ਅਸਲ ਮੱਝ ਦੀ ਪਛਾਣ ਜਿਹੜੀ ਅੱਛੀ ਮੱਝ ਉਹਦਾ ਇਹ ਹੈ ਕਿ ਮੂੰਹ ਉਹਦਾ ਬਰੀਕ ਹੋਇਆ, ਗਲਾਈ ਸੱਤ ਗਰਦਨ ਵਗੈਰਾ ਤੱਕ, ਥੱਲੇ ਕੋਲੀ ਤੱਕ। ਠੀਕ ਹੈ। ਪਿੱਛੋਂ ਮੱਝ ਜ਼ਿਆਦਾ ਚੌੜੀ ਹੋਏ। ਠੀਕ ਹੈ, ਪਿੱਛੋਂ ਚੌੜੀ ਹੋਏ। ਤੇ ਬਹਾਨਾ ਕਿਹੋ ਜਿਹਾ ਹੈ? ਬਹਾਨਾ ਪਿੱਛੇ ਨਜ਼ਰ ਆਏ ਤੇ ਉਹਦੀ ਡੈਕੋਰੇਸ਼ਨ ਜ਼ਿਆਦਾ ਹੈ। ਅੱਛਾ। ਕਈ ਮੱਝਾਂ ਦਾ ਬਹਾਨਾ ਨਜ਼ਰ ਹੀ ਨਹੀਂ ਆਉਂਦਾ ਲੇਕਿਨ ਦੁੱਧ ਦਿੰਦੀਆਂ ਨੇ। ਅੱਛਾ। ਵਾਹਨਾ ਪਿੱਛਾ ਨਜ਼ਰ ਆਏ, ਤੁਸੀਂ ਇਹ ਦੱਸਿਆ ਕਿ ਕੁਛਾਂ ਦਾ ਨਜ਼ਰ ਨਹੀਂ ਵੀ ਆਉਂਦਾ ਫਿਰ ਵੀ ਉਹ ਦੁੱਧ ਦਿੰਦੀਆਂ ਨੇ। ਹਾਂਜੀ। ਕੁਛ ਕਹਿੰਦੇ ਨੇ ਕਿ ਵਾਹਨੇ ਦਾ ਜਿਹੜਾ ਪਿਛਲਾ ਨਾ ਉਹ ਖੁੱਲਾ ਵੀ ਹੋਣਾ ਚਾਹੀਦਾ ਤੇ ਟੈਟ ਹੋਣਾ ਚਾਹੀਦਾ, ਢਿੱਲਾ ਨਹੀਂ ਹੋਣਾ ਚਾਹੀਦਾ, ਤੁਹਾਡੀ ਕੀ ਰਾਏ? ਉਹ ਬਿਲਕੁਲ ਪਿੱਛੇ ਹੋਏ ਤੇ ਉਹਦੇ ਨਾਲ ਡੈਕੋਰੇਸ਼ਨ ਬਣਦੀ ਜਾਨਵਰ ਦੀ। ਠੀਕ ਹੈ। ਮੂੰਹ ਬਰੀਕ ਹੋਣਾ ਚਾਹੀਦਾ, ਪਿੱਛੋਂ ਚੌੜੀ ਹੋਣੀ ਚਾਹੀਦੀ ਹੈ। ਦੋਵਾਂ ਥਣਾਂ ਦਰਮਿਆਨ ਫਾਸਲਾ ਕਿੰਨਾ ਹੋਣਾ ਚਾਹੀਦਾ? ਤਕਰੀਬਨ ਬਰਾਬਰ ਹੋਣਾ ਚਾਹੀਦਾ, ਚਵਾਂ ਥਣਾਂ ਦੇ ਬਰਾਬਰ। ਚਵਾਂ ਥਣਾਂ ਦਾ ਬਰਾਬਰ ਫਾਸਲਾ ਹੋਣਾ ਚਾਹੀਦਾ। ਠੀਕ ਹੋ ਗਿਆ। ਤੇ ਇਹਦੀ ਜਿਹੜੀ ਕਰੋਲੀ ਉਹ ਕਿੰਨੀ ਦੀ? ਉਹ ਬਰੀਕ ਛੋਟੀ। ਛੋਟੀ ਸਾਰੀ। ਤੇ ਧੁੰਨੀ? ਧੁੰਨੀ ਕਈਆਂ ਮੀਆਂ ਦੀ ਲੰਮੀ ਵੀ ਹੁੰਦੀ ਹੈ, ਕਈਆਂ ਦੀ ਛੋਟੀ ਵੀ ਹੁੰਦੀ ਹੈ। ਅੱਛਾ। ਇਹਦਾ ਕੋਈ ਸਾਈਡ ਇਫੈਕਟ ਨਹੀਂ? ਕੋਈ ਦੁੱਧ ਦੀ ਨਾੜ ਦਾ ਵੀ ਹੈ ਵਿੱਚ ਚੱਕਰ? ਕੋਈ ਨਹੀਂ, ਦੁੱਧ ਦੀ ਨਾੜ ਵੀ ਸਾਨੂੰ ਪਤਾ ਚੱਲ ਜਾਂਦੀ?
ਉਹ ਉਮਰ 'ਚ ਜਾ ਕੇ ਮੱਝਾਂ ਦੀਆਂ ਦੁੱਧ ਦੀਆਂ ਨਾੜਾਂ ਨਜ਼ਰ ਆਉਂਦੀਆਂ ਨੇ। ਅੱਛਾ, ਪਹਿਲੇ ਨਹੀਂ, ਪਹਿਲੇ ਨਹੀਂ ਨਜ਼ਰ ਆਉਂਦੀ। ਚਮੜੀ ਕਿਹੋ ਜਿਹੀ ਹੋਣੀ ਚਾਹੀਦੀ ਜਿਹੜੀ ਖਾ ਲੈ? ਬਰੀਕ ਚੰਗੀ। ਬਰੀਕ ਪਤਾ ਕਿੰਨ ਚੱਲਦਾ ਕਿ ਬਰੀਕ ਇਹ ਉੱਤੋਂ ਫੜੋ ਤਾਂ ਪਤਾ ਲੱਗ ਜਾਂਦਾ ਬਰੀਕ। ਤੇ ਵਾਲ ਕਿਹੋ ਜਿਹੇ ਹੋਣੇ ਚਾਹੀਦੇ ਨੇ? ਵਾਲ ਜਾਨਵਰ ਦੇ ਉੱਤੇ ਪਸ਼ਮ, ਇਹ ਵੀ ਜਾਨਵਰਾਂ ਦੀ ਕਿਸਮ ਹੈ। ਹਾਂ, ਕਈਆਂ ਤੇ ਵਾਲ ਹੁੰਦੇ ਨੇ, ਕਈਆਂ ਤੇ ਨਹੀਂ ਹੁੰਦੇ। ਠੀਕ ਹੈ। ਅਸੀਂ ਬੜੀ ਸਾਰੀ ਤੁਹਾਡੇ ਕੋਲ ਗੱਲਾਂ ਪੁੱਛੀਆਂ ਨੇ, ਕੋਈ ਆਖਰੀ ਗੱਲ ਤੋਹਫਾ ਤਾਂ ਨਹੀਂ? ਤੁਸੀਂ ਜਿਹੜੀ ਸਦਕਾ ਜਾ ਰਿਹਾ ਬਣ ਜੇ, ਨਵੇਂ ਮੁੰਡਿਆਂ ਦੇ ਕੰਮ ਆਏ, ਆਪਣੀ ਤਰਫੋਂ ਦੱਸ ਦਿਓ ਜਿਹੜੀ ਮੈਂ ਨਹੀਂ ਪੁੱਛੀ ਤੁਹਾਨੂੰ ਤੇ ਮੈਨੂੰ ਪੁੱਛਣੀ ਚਾਹੀਦੀ ਸੀ ਜਾਨਵਰ ਰੱਖਣ ਦੇ ਹਵਾਲੇ ਨਾਲ, ਤਾਂ ਕਿ ਕੋਈ ਨਵਾਂ ਕਾਰੋਬਾਰ ਕਰਨ ਵਾਲਾ ਉਹਨੂੰ ਫਾਇਦਾ ਹੋਈਏ ਤੁਹਾਡੀ ਗੱਲ ਤੋਂ, ਸਦਕਾ ਜਾ ਰਿਹਾ ਬਣ ਜੇ। ਕੀ ਮਸ਼ਵਰਾ ਦੇਵੋਗੇ? ਮਸ਼ਵਰਾ ਵੇਖੋ, ਜਿੱਦਾਂ ਕੋਈ ਜ਼ਮੀਨ ਹੈ, ਹਾਂ, ਜਾਨਵਰ ਰੱਖ ਲੈ ਤੇ ਬਗਾਨੀਆਂ ਮਜ਼ਦੂਰੀਆਂ ਨਾਲੋਂ ਬਿਹਤਰ ਹੈ। ਠੀਕ ਹੈ। ਅਗਰ ਬੰਦਾ ਰੱਖ ਕੇ ਉਹਦੇ ਕੋਲੋਂ ਵੀ ਕੰਮ ਕਰਾਏ ਤੇ ਫਿਰ ਵੀ ਬਾਹਰ ਜਾਣ ਨਾਲੋਂ ਵੀ ਬਿਹਤਰ ਹੈ। ਠੀਕ ਹੈ। ਬੇਸਿਕਲੀ ਡਿਊਟੀ ਪੱਕੀ ਹੈ, ਛੁੱਟੀ ਜ਼ਿਆਦਾ ਚ ਕੋਈ ਨਹੀਂ। ਠੀਕ ਹੈ। ਤੁਹਾਡਾ ਕੋਈ ਮਰ ਜਾਏਗਾ ਤੇ ਪਿਆ ਮਰੇ, ਇਹਨਾਂ ਨੇ ਮਾਫ ਨਹੀਂ ਕਰਨਾ ਤੁਹਾਨੂੰ, ਇਹਨਾਂ ਮਾਫ ਨਹੀਂ ਕਰਨਾ। ਠੀਕ ਹੈ, ਯਾਨੀ ਕੰਮ ਫਾਇਦਾਮੰਦ ਹੈ ਲੇਕਿਨ ਜ਼ਿੰਮੇਵਾਰੀ ਦਾ ਕੰਮ ਹੈ, ਜਾਂ ਫਿਰ ਬਹੁਤੇ ਅਫਰਾਦ ਹੋਣ ਤੇ ਫੇਰ ਹੈ ਵੇ। ਠੀਕ ਹੈ। ਤੇ ਅਗਰ ਕੋਈ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤੇ ਕੋਈ ਨੰਬਰ ਮਿਲੇਗਾ? ਹਾਂਜੀ, ਕੋਈ ਬੋਲੋ। 0304 ਜੀ 370 ਜੀ 74 52 ਜੀ। ਬਹੁਤ ਸ਼ੁਕਰੀਆ ਭਾਈ, ਤੁਸੀਂ ਬਹੁਤ ਅੱਛੀ ਮਾਲੂਮਾਤ ਦਿੱਤੀਆਂ ਨੇ। अस्सलाम वालेकुम। वालेकुम।